ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ। ਕਿਉਂਕਿ ਗੁਰਬਾਣੀ ਫਰਮਾਨ ਹੈ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਵਚਨ ਹੈ, ਜਿਸ ਦੀ ਵਿਆਖਿਆ ਆਪਾਂ ਵਿਚਾਰ ਸਾਰੇ ਰਲ ਮਿਲ ਕੇ ਕਰਾਂਗੇ। ਪਾਤਸ਼ਾਹ ਕਹਿੰਦੇ, ਮੰਨੈ ਸੁਰਤ ਹੋਵੈ ਮਨਿ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਪਹਿਲਾ ਬਚਨ ਹੈ, ਮੰਨੈ ਸੁਰਤ ਹੋਵੈ ਮਨਿ ਬੁੱਧ। ਮੰਨੈ ਸ਼ਬਦ ਹੈ ਪ੍ਰੈਜੈਂਟ, ਵਰਤਮਾਨ ਦਾ ਸੂਚਕ। ਪਿੱਛੇ ਆਇਆ ਸੀ, ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਵੀ ਹੁਕਮ ਮੰਨੇ, ਜੋ ਪਿੱਛੇ ਮੰਨਦੇ ਆਏ ਨੇ ਹੁਕਮ, ਉਹਨਾਂ ਦੀ ਵੀ ਨਾਲ ਗੱਲ ਸੀ। ਹੁਣ ਜਿਹੜੇ ਜੀਵ ਹੈ, ਜਦੋਂ ਉਹ ਮੰਨੂਗਾ ਹੁਕਮ ਨੂੰ, ਤਾਂ ਉਹਦੀ ਅਵਸਥਾ ਵੀ ਉਸ ਤਰ੍ਹਾਂ ਦੀ ਉਹ ਬਣੇਗੀ। ਮੰਨੈ ਸੁਰਤ ਹੋਵੈ ਮਨ ਬੁੱਧ। ਵੈਸੇ ਸਾਡੇ ਸੰਸਾਰ ਦੇ ਅੰਦਰ ਅੱਜ ਜੋ ਸਿੱਖ ਮੱਤ ਹੈ, ਇਹਦੇ ਵਿੱਚ ਵੀ ਬੜਾ ਇੱਕ ਵਾਦ ਵਿਵਾਦ ਚੱਲ ਰਿਹਾ ਹੈ ਕਿ ਹਰ ਕੋਈ ਕਹਿੰਦਾ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ, ਗੁਰਬਾਣੀ ਸਾਡਾ ਗੁਰੂ ਹੈ, ਤੇ ਫਿਰ ਇੰਝ ਵੀ ਆਖੀ ਜਾਂਦੇ ਹਨ ਕਿ ਸਿੱਖੀ ਖਤਮ ਹੋ ਗਈ, ਸਿੱਖੀ ਦਾ ਨੁਕਸਾਨ ਹੋ ਗਿਆ, ਨਵੇਂ ਬੱਚੇ ਸਿੱਖੀ ਵੱਲ ਨੂੰ ਨਹੀਂ ਆ ਰਹੇ। ਇਹ ਵੀ ਪ੍ਰਚਾਰ ਚੱਲੀ ਜਾਂਦਾ ਹੈ। ਤੇ ਧਰਮ ਦੇ ਜਿਹੜੇ ਆਗੂ ਨੇ, ਉਹਨਾਂ ਦੀ ਗਿਣਤੀ ਵੀ ਬੇਸ਼ੁਮਾਰ ਹੈ, ਧਾਰਮਿਕ ਅਸਥਾਨ ਵੀ ਬੇਸ਼ੁਮਾਰ ਹਨ। ਫਿਰ ਇਹ ਗੱਲ ਕਿਉਂ ਹੋ ਰਹੀ ਹੈ? ਸਿੱਖੀ ਕਿਉਂ ਖਤਮ ਹੋ ਰਹੀ ਹੈ? ਨੌਜਵਾਨ ਜਿਹੜੀ ਪੀੜ੍ਹੀ ਹੈ ਜਾਂ ਜਿਹੜੇ ਬਜ਼ੁਰਗ ਨੇ, ਉਹਨਾਂ ਦਾ ਰੁਝਾਨ ਗੁਰਬਾਣੀ ਨੂੰ ਮੰਨਣ ਵੱਲ ਨੂੰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਹਰ ਇੱਕ ਦੀ ਜਿਹੜੀ ਮਨੌਤ ਹੈ ਉਹ ਵੱਖੋ ਵੱਖਰੀ ਹੈ, ਗੁਰਬਾਣੀ ਇੱਕ ਹੈ। ਜਦ ਕਿ ਜਿਹੜੇ ਪੁਰਖਾਂ ਨੇ ਗੁਰਬਾਣੀ ਲਿਖੀ ਹੈ, ਉਹ ਕਿਸੇ ਨੇ ਵੀ ਲਿਖੀ, ਉਹਨਾਂ ਦੀ ਸਾਰਿਆਂ ਦੀ ਇੱਕ ਮੱਤ ਸੀ। ਤੇ ਇੱਕ ਮੱਤ ਹੋਈ ਤੋਂ ਬਿਨਾਂ ਕਦੇ ਵੀ ਸੱਚ ਦੇ ਮਾਰਗ ਤੇ ਨਹੀਂ ਚੱਲਿਆ ਜਾ ਸਕਦਾ, ਜਾਂ ਸੱਚ ਲਈ ਖੜਿਆ ਨਹੀਂ ਜਾ ਸਕਦਾ। ਸਾਡੇ ਤਾਂ ਹਰ ਕੋਈ ਆਪੋ ਆਪਣੀ ਮੱਤ ਨੂੰ ਅੱਗੇ ਰੱਖ ਰਿਹਾ ਹੈ, ਜਦ ਕਿ ਜੋ ਗੁਰਬਾਣੀ ਕਹਿ ਰਹੀ ਹੈ ਉਸ ਤੇ ਨਹੀਂ ਚੱਲ ਰਿਹਾ। ਹੇ ਮੇਰੇ ਮਨਾ, ਜਿੰਨਾ ਚਿਰ ਇੱਕ ਮੱਤ ਨਹੀਂ ਹੁੰਦੀ, ਇੱਕ ਸੁਰਤ ਨਹੀਂ ਹੁੰਦੀ, ਉਨਾ ਚਿਰ ਗੁਰਬਾਣੀ ਦੀ ਸੋਝੀ ਆਉਣੀ ਵੀ ਮੁਸ਼ਕਲ ਹੈ। ਧਾਰਮਿਕ ਆਗੂ ਵੀ ਇੱਕ ਦੂਜੇ ਦਾ ਵਿਰੋਧ ਕਰਦੇ ਆ, ਜਦ ਕਿ ਵਿਰੋਧ ਕਰਨ ਦੇ ਬਾਵਜੂਦ ਉਹਨਾਂ ਦਾ ਫਰਜ਼ ਬਣਦਾ ਸੀ ਉਹ ਉਹਨਾਂ ਨਾਲ ਵਿਚਾਰਾਂ ਕਰਦੇ, ਉਹਨਾਂ ਨਾਲ ਗੋਸ਼ਟੀਆਂ ਕਰਦੇ, ਜਿਵੇਂ ਰਾਧਾ ਸੁਆਮੀ ਨੇ, ਜਾਂ ਨੂਰ ਮਹਿਲ ਵਾਲੇ ਹੈ, ਜਾਂ ਸੱਚੇ ਸੌਦੇ ਵਾਲੇ ਹੈ, ਜਾਂ ਹੋਰ ਇਤਿਆਦਿਕ ਨਿਰੰਕਾਰੀਏ ਨੇ, ਜਾਂ ਜਿੰਨੀਆਂ ਵੀ ਮੱਤਾਂ ਨੇ, ਸੰਪਰਦਾਵਾਂ ਨੇ, ਇਹ ਸਾਰੇ ਇੱਕ ਥਾਂ ਤੇ ਬੈਠ ਕੇ ਇੱਕ ਵਿਚਾਰ ਕਰਨ ਵੀ ਆਪਾਂ ਗੁਰਬਾਣੀ ਨੂੰ ਮੰਨਦੇ ਹਾਂ, ਤੇ ਗੁਰਬਾਣੀ ਆਪਾਂ ਨੂੰ ਇਸ ਤਰ੍ਹਾਂ ਕਹਿ ਰਹੀ ਹੈ ਵੀ ਕਿਉਂ ਨਾ ਆਪਾਂ ਸਾਰੇ ਇਕੱਠੇ ਹੋ ਕੇ ਗੁਰਬਾਣੀ ਦੀ ਗੱਲ ਨੂੰ ਹੀ ਅੱਗੇ ਲੈ ਕੇ ਚੱਲੀਏ। ਆਪਾਂ ਆਪੋ ਆਪਣੀਆਂ ਮੱਤਾਂ ਛੱਡੀਏ, ਆਪੋ ਆਪਣੀ ਸੰਪਰਦਾ ਦੀ ਗੱਲ ਛੱਡੀਏ, ਗੁਰਬਾਣੀ ਦੀ ਗੱਲ ਕਰੀਏ ਕਿ ਗੁਰਬਾਣੀ ਸਾਨੂੰ ਜੀਵਨ ਜਾਂਚ ਸਿਖਾ ਰਹੀ ਹੈ। ਪਹਿਲਾਂ ਤੋਂ ਜਿਹੜੇ ਧਾਰਮਿਕ ਆਗੂ ਨੇ ਉਹ ਆਪ ਸਵੈਮ ਗੁਰਬਾਣੀ ਅਨੁਸਾਰ ਚੱਲਣ, ਫਿਰ ਜਾ ਕੇ ਦੂਸਰੇ ਨੂੰ ਉਹ ਸਿੱਖਿਆ ਦੇਣ ਕਿ ਦੇਖੋ ਜੀ ਗੁਰਬਾਣੀ 'ਚ ਆਹ ਚੀਜ਼ਾਂ ਦੀ ਮਨਾਹੀ ਹੈ, ਆਪਾਂ ਇਹ ਕੰਮ ਨਹੀਂ ਕਰਨੇ। ਜਦੋਂ ਸਾਡਾ ਗੁਰੂ ਕਹਿ ਰਿਹਾ ਸਿਰਫ ਇੱਕ ਗੱਲ ਤੇ ਹੀ ਆ ਜਾਣ ਸਾਰੇ ਕਿ ਆਪਾਂ ਨੇ ਝੂਠ ਨਹੀਂ ਬੋਲਣਾ, ਤਾਂ ਇੱਥੇ ਸਤਿਯੁਗ ਬਣ ਸਕਦਾ ਹੈ। ਔਰ ਉਹਨਾਂ ਨੂੰ ਸੱਚ ਬਾਰੇ ਦੱਸਿਆ ਜਾਵੇ ਵੀ ਆਹ ਸੱਚ ਹੈ, ਇਸ ਤਰੀਕੇ ਨਾਲ ਸੱਚ ਨੂੰ ਪ੍ਰਗਟ ਕਰਨਾ ਹੈ। ਤਾਂ ਸਮਾਂ ਹੈ, ਮੰਨਣਾ ਹੈ,
ਸੁਰਤ ਹੋਵੇ। ਕਹਿੰਦੇ ਸੁਰਤ ਹੋਣੀ ਬਹੁਤ ਜ਼ਰੂਰੀ ਹੈ, ਜਾਗਰੂਕਤਾ ਬਹੁਤ ਜ਼ਰੂਰੀ ਹੈ, ਸੁਗਿਆਨ ਹੋਣਾ ਬਹੁਤ ਜ਼ਰੂਰੀ ਹੈ। ਪਰ ਹੁਣ ਜਾਗਰੂਕਤਾ ਕਾਹਦੇ ਵੱਲ ਨੂੰ ਹੈ? ਮੰਨਦੇ ਗੁਰਬਾਣੀ ਨੂੰ ਨੇ, ਜਾਗਰੂਕਤਾ ਗੁਰਬਾਣੀ ਤੋਂ ਉਲਟ ਹੈ, ਸਿੱਖਿਆ ਗੁਰਬਾਣੀ ਤੋਂ ਉਲਟ ਹੈ। ਸਿੱਖੀ ਤਾਂ ਫਿਰ ਆਪ ਹੀ ਨਹੀਂ ਰਹਿਣੀ। ਜਦੋਂ ਗੁਰੂ ਦੀ ਕਹੀ ਹੋਈ ਗੱਲ ਨੂੰ ਹੇ ਮੇਰੇ ਮਨਾ ਕਮਾਵੇਂਗਾ ਹੀ ਨਹੀਂ ਤਾਂ ਗੁਰੂ ਦੀ ਬਰਕਤ ਨਹੀਂ ਹੋਵੇਗੀ, ਗੁਰੂ ਦੀ ਪ੍ਰਸੰਨਤਾ ਦੇ ਯੋਗ ਨਹੀਂ ਬਣੇਗਾ। ਫਿਰ ਉਹੀ ਬਰਕਤ ਹੋਊਗੀ ਜਿਹਦੇ ਯੋਗ ਬਣੇ। ਮੰਨਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਨੇ ਪਿੱਛੇ ਹੁਕਮ ਮੰਨਿਆ ਉਹ ਵੀ ਸਾਡੇ ਸਾਹਮਣੇ ਹੈ। ਅੱਜ ਵੀ ਜੋ ਹੁਕਮ ਨੂੰ ਮੰਨੂਗਾ ਉਹ ਵੀ ਸਾਹਮਣੇ ਹੀ ਹੋਵੇਗਾ। ਇਸੇ ਕਰਕੇ ਪਾਤਸ਼ਾਹ ਨੇ ਇੱਥੇ ਵਿੱਚ ਲਿਖਿਆ, ਮੰਨੈ ਸੁਰਤ ਹੋਵੇ ਮਨ ਬੁੱਧ। ਕਿ ਜਿਹੜਾ ਵੀ ਜੀਵ ਹੁਕਮ ਨੂੰ ਮੰਨਦਾ, ਪਾਤਸ਼ਾਹ ਕਹਿੰਦੇ, ਉਹਨੂੰ ਸੁਗਿਆਨ ਹੋਵੇਗਾ ਹੀ ਹੋਵੇਗਾ। ਉਹਦੇ ਕੋਲ ਦੋਨੇ ਲੋਕਾਂ ਦੀ ਜਾਣਕਾਰੀ ਹੋਵੇਗੀ ਹੋਵੇਗੀ। ਮੰਨਣ ਦੇ ਵਿੱਚ ਇਹ ਕਰਾਮਾਤ ਹੈ, ਲੋਕ ਪਰਲੋਕ ਦੀ ਸੋਝੀ ਹੁੰਦੀ ਹੈ, ਸੁੱਖ ਸਾਗਰ ਤੇ ਭਵ ਸਾਗਰ ਬਾਰੇ ਪਤਾ ਹੁੰਦਾ ਹੈ। ਤਾਂ ਹੀ ਗੁਰਬਾਣੀ 'ਚ ਉਹਨਾਂ ਨੇ ਦੱਸਿਆ ਵੀ ਜੀਵ ਕਿਵੇਂ ਆਇਆ ਉੱਥੋਂ, ਆਤਮਾ ਕਿਵੇਂ ਭਵ ਸਾਗਰ ਵਿੱਚ ਆਉਂਦੀ ਹੈ, ਰਸਤੇ ਵਿੱਚ ਕਿੱਥੇ ਰਹਿੰਦੀ ਹੈ, ਭਵ ਸਾਗਰ ਤੋਂ ਬਾਅਦ ਕਿੱਥੇ ਜਾਂਦੀ ਹੈ। ਇਹ ਸਾਰਾ ਸੁਗਿਆਨ ਹੀ ਦਿੱਤਾ ਹੋਇਆ। ਉਹਨਾਂ ਨੂੰ ਜਾਗਰਤ ਅਵਸਥਾ ਸੀ, ਉਹਨਾਂ ਦੀ ਸੁਰਤ ਦੇ ਅੰਦਰ ਸੀ, ਉਹਨਾਂ ਦੀ ਆਤਮਾ ਦੇ ਕੋਲ ਸੁਗਿਆਨ ਸੀ, ਤਾਂ ਹੀ ਉਹਨਾਂ ਨੇ ਦੱਸਿਆ। ਐਵੇਂ ਤਾਂ ਦੱਸਿਆ ਨਹੀਂ ਜਾ ਸਕਦਾ। ਜਾਂ ਕੋਈ ਇਹ ਦੱਸੇ ਵੀ ਇਹ ਗੁਰਬਾਣੀ ਜੋ ਲਿਖਿਆ ਹੋਇਆ ਹੈ ਗਲਤ ਲਿਖਿਆ ਹੋਇਆ, ਵੀ ਇਸ ਤਰ੍ਹਾਂ ਨਹੀਂ ਹੁੰਦਾ। ਕੋਈ ਆਪਣਾ ਐਕਸਪੀਰੀਅੰਸ ਦੱਸੇ ਫਿਰ, ਤੇ ਜਿਹੜਾ ਐਕਸਪੀਰੀਅੰਸ ਉਹ ਆਪ ਦੱਸਦੇ ਆ ਉਹ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ। ਉਹ ਗੱਲ ਗੁਰਬਾਣੀ 'ਚ ਕਿਤੇ ਵੀ ਨਹੀਂ ਲਿਖੀ। ਜਿੰਨਾ ਵੀ ਅੱਜ ਧਰਮ ਦੇ ਆਗੂ ਬਾਹਰਲਾ ਐਕਸਪੀਰੀਅੰਸ ਦੱਸਦੇ ਆ ਉਹ ਸਾਰਾ ਸਿਮਰਤ ਸ਼ਾਸਤਰਾਂ 'ਚ ਲਿਖਿਆ ਹੋਇਆ। ਜਿਵੇਂ 6 ਚੱਕਰਾਂ ਦੀ ਗੱਲ ਕਰਦੇ ਆ, ਇਹ ਸਾਰਾ ਯੋਗ ਮਤ ਨਾਲ ਸੰਬੰਧਿਤ ਹੈ। ਗੁਰਮਤ 'ਚ 6 ਚੱਕਰਾਂ ਨਾਲ ਸੰਬੰਧਿਤ ਨਹੀਂ ਹੈ। ਗੁਰਮਤ ਦੇ 6 ਚੱਕਰ ਵੀ ਹੋਰ ਨੇ। ਸਨਾਤਨ ਮਤ ਵਾਲੇ ਜਿਹੜੇ 4 ਯੁੱਗ ਨੇ ਹੋਰ ਨੇ, ਗੁਰਮਤ ਦੇ 4 ਯੁੱਗ ਹੋਰ ਨੇ। ਸਨਾਤਨ ਮਤ ਦੇ 4 ਪਦਾਰਥ ਹੋਰ ਨੇ, ਗੁਰਮਤ ਦੇ 4 ਪਦਾਰਥ ਹੋਰ ਨੇ। ਸਨਾਤਨ ਮਤ ਦਾ ਨਾਮ ਹੋਰ ਹੈ, ਗੁਰਮਤ ਦਾ ਹੋਰ ਹੈ। ਸਨਾਤਨ ਮਤ ਦੀ ਸੇਵਾ ਹੋਰ ਹੈ, ਗੁਰਮਤ 'ਚ ਸੇਵਾ ਹੋਰ ਹੈ। ਸੋ ਸਾਰਾ ਕੁਝ ਡਿਫਰੈਂਸ ਹੈ। ਪਰ ਸਾਡੇ ਅੱਜ ਸਿੱਖ ਮਤ 'ਚ ਕੀ ਹੈ? ਅੱਗੇ ਗੁਰਬਾਣੀ ਹੈ, ਪ੍ਰਚਾਰ ਸਾਰਾ ਹੀ ਸਨਾਤਨ ਮਤ ਦੇ ਪ੍ਰਭਾਵ ਹੇਠ ਕੀਤਾ ਜਾਂਦਾ ਹੈ। ਫਿਰ ਸਿੱਖੀ ਕਿੱਥੋਂ ਫੈਲੇਗੀ? ਲੋਕਾਂ ਦੇ ਅੰਦਰ ਵਿਕਾਸ ਕਿੱਥੋਂ ਆਵੇਗਾ? ਆਤਮਾ ਕਿਵੇਂ ਮਾਇਆ ਚੋਂ ਬਾਹਰ ਨਿਕਲੇਗੀ? ਬੜਾ ਮੁਸ਼ਕਲ ਹੈ। ਕਿਉਂਕਿ ਮੰਨਣਾ, ਜਿਹੜਾ ਮੰਨਦਾ ਉਹਨੂੰ ਸੁਰਤ ਹੁੰਦੀ ਹੈ, ਉਹਨੂੰ ਜਾਣਕਾਰੀ ਹੁੰਦੀ ਹੈ। ਹੋਵ ਹੈ, ਇਹ ਪੱਕੀ ਗੱਲ ਹੈ। ਪਾਤਸ਼ਾਹ ਕਹਿੰਦੇ ਉਹਨੂੰ ਹੋਊਗੀ ਸੁਰਤ ਜਿਹੜਾ ਹੁਕਮ ਨੂੰ ਮੰਨੂਗਾ। ਜਾਂ ਸਭ ਤੋਂ ਪਹਿਲਾਂ ਅੱਜ ਸਾਡੇ ਕੋਲ ਗੁਰਬਾਣੀ ਹੈ। ਹੇ ਮੇਰੇ ਮਨਾ, ਜੇ ਤੂੰ ਅੱਜ ਗੁਰਬਾਣੀ ਨੂੰ ਮੰਨੇਗਾ, ਤੂੰ ਇਹਦੇ ਤੇ ਭਰੋਸਾ ਕਰੇਗਾ ਕਿ ਗੁਰਬਾਣੀ ਜੋ ਲਿਖਿਆ ਇੱਕ ਇੱਕ ਵਚਨ ਮੈਂ ਕਮਾਉਣਾ ਹੈ, ਤਾਂ ਹੋ ਹੀ ਨਹੀਂ ਸਕਦਾ ਕਿ ਤੇਰੇ ਅੰਦਰ ਅਵਸਥਾ ਨਾ ਬਦਲੇ, ਤੇਰੀ ਜਾਗਰਤ ਅਵਸਥਾ ਨਾ ਤੈਨੂੰ ਹੋਵੇ। ਹੁਣ ਮੰਨੇ ਬਾਰੇ ਵੀ ਆਪਾਂ ਕੁਝ ਗੁਰਬਾਣੀ ਚੋਂ ਦੇਖਦੇ ਹਾਂ ਬਚਨ। ਜਿਵੇਂ ਪਾਤਸ਼ਾਹ ਕਹਿੰਦੇ ਅੰਗ 303 ਦੇ ਉੱਪਰ, ਪੂਰੇ ਗੁਰ ਕਾ ਹੁਕਮ ਨਾ ਮੰਨੈ, ਉਹ ਮਨਮੁਖ ਅਗਿਆਨ ਮੁੱਠਾ ਬਿਖ ਖਾਏ। ਅੰਗ 303 ਦੇ ਉੱਪਰ ਪਾਤਸ਼ਾਹ ਕਹਿੰਦੇ ਪੂਰੇ ਗੁਰ ਕਾ ਹੁਕਮ ਨਾ ਮੰਨੈ। ਪੂਰੇ ਗੁਰ ਦਾ, ਹੁਣ ਪੂਰਾ ਗੁਰ ਹੀ ਆ ਸਾਡੇ ਕੋਲ ਗੁਰਬਾਣੀ, ਪੂਰੀ ਸੋਝੀ ਹੈ ਗੁਰਬਾਣੀ ਦੇ ਵਿੱਚ। ਸਤਯੁਗ ਤੋਂ ਲੈ ਕੇ ਦੁਆਪਰ, ਤ੍ਰੇਤਾ, ਕਲਯੁਗ ਜਿਹੜਾ ਗੁਰਮਤ ਦਾ ਉਹਦੀ ਪੂਰੀ ਜਾਣਕਾਰੀ ਹੈ। ਕਲਯੁਗ ਦੇ ਵਿੱਚੋਂ ਵਾਪਸ ਕਿਵੇਂ ਜਾਣਾ ਉਹਦੀ ਵੀ ਸਾਰੀ ਪੂਰੀ ਜਾਣਕਾਰੀ ਗੁਰਬਾਣੀ 'ਚ ਪਈ ਹੈ। ਪਰ ਹੁਣ ਪ੍ਰਾਪਤ ਹੈ ਮੇਰੇ ਮਨਾ ਤੈਨੂੰ ਕਰਨੀ ਪਊਗੀ। ਪੂਰੇ ਗੁਰ ਕਾ ਹੁਕਮ ਨਾ ਮੰਨੇ, ਕਹਿੰਦੇ ਹੁਕਮ ਤਾਂ ਤੂੰ ਮੰਨਦਾ ਨਹੀਂ। ਪਹਿਲਾਂ ਜਿਹੜਾ ਹੁਕਮ ਮੰਨਣ ਵਾਲਾ ਉਹ ਤਾਂ ਤੂੰ ਮੰਨਦਾ ਨਹੀਂ। ਗੁਰਬਾਣੀ ਹੁਕਮ ਹੈ, ਮੰਨਣਾ ਹੈ। ਜਦੋਂ ਗੁਰਬਾਣੀ ਵਾਲੇ ਹੁਕਮ ਨੂੰ ਜੋਤ ਮੰਨਦੀ ਹੈ, ਆਪ ਪੂਰਾ ਹੋ ਜਾਂਦਾ ਹੈ, ਫਿਰ ਇਹਨੂੰ ਧੁਰਕੀ ਬਾਣੀ ਵੀ ਜਿਹੜਾ ਦਰਗਾਹੀ ਹੁਕਮ ਹੈ ਉਹ ਵੀ ਸੁਣਦਾ ਹੈ। ਫਿਰ ਉਹਦੇ ਸਾਹਮਣੇ ਹੁੰਦਾ ਸਾਰਾ ਕੁਝ। ਤਾਂ ਹੀ ਲਿਖੇ ਨੇ ਗੁਰਬਾਣੀ ਕਹਿ
ਹੇ ਮੇਰੇ ਮਨਾ, ਜੇ ਤੂੰ ਗੁਰਬਾਣੀ ਦੀ ਕਹੀ ਹੋਈ ਗੱਲ ਨੂੰ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਤੂੰ ਸੇਵਕ ਬਣ ਕੇ ਜਾਣਕਾਰੀ ਲੈ ਲਵੇਂ ਤਾਂ ਪ੍ਰਤੱਖ ਗੁਰੂ ਨਿਸਤਾਰੇ। ਆ ਜਿਹੜਾ ਪ੍ਰਤੱਖ ਗੁਰੂ ਆ, ਇਹ ਹੈ ਹੁਕਮ, ਇਹ ਹੈ ਤੁਰਕੀ ਬਾਣੀ। ਇਹ ਫੇਰ ਤੇਰੇ ਸਾਹਮਣੇ ਆਉਣੀ ਹੈ। ਫਿਰ ਸ਼ਬਦ ਗੁਰੂ ਹੈ ਜਿਹੜਾ ਹਿਰਦੇ ਚੋਂ ਪ੍ਰਗਟ ਹੋਣਾ ਹੈ, ਉਹਨੇ ਤੈਨੂੰ ਭਵ ਸਾਗਰ ਤੋਂ ਪਾਰ ਲੈ ਕੇ ਜਾਣਾ ਹੈ। ਤਾਂ ਪਾਤਸ਼ਾਹ ਨੇ ਇੱਥੇ ਬਚਨ ਲਗਾ, ਪੂਰੇ ਗੁਰ ਕਾ ਹੁਕਮ ਨਾ ਮੰਨੈ। ਕਹਿੰਦੇ ਹੁਣ ਤੇਰੇ ਕੋਲ ਟਾਈਮ ਹੈ, ਹੁਣ ਤੂੰ ਮੰਨਦਾ ਨਹੀਂ, ਤੇ ਜਦੋਂ ਸਰੀਰ ਛੱਡ ਕੇ ਚਲੇ ਜਾਏਗਾ ਫਿਰ ਕੀ ਕਰੇਗਾ? ਫਿਰ ਕੁਛ ਵੀ ਨਹੀਂ ਹੋਣਾ। ਸਾਡੇ ਵੀ ਇਹੀ ਗੱਲ ਕਹਿੰਦੇ ਆ, ਜੋ ਅੱਜ ਸਿੱਖ ਮੱਤ ਦੇ ਅੰਦਰ ਵੀ ਹੈ, ਵੀ ਅੱਗੇ ਜਾ ਕੇ ਇਸ ਤਰ੍ਹਾਂ ਹੋਊਗਾ। ਉਹ ਤਾਂ ਅੱਗੇ ਜਾ ਕੇ ਜੋ ਹੋਊਗਾ ਫਿਰ, ਪਰ ਹੁਣ ਕੀ ਹੋ ਰਿਹਾ ਹੈ? ਗੱਲ ਹੁਣ ਦੀ ਹੈ ਕਿ ਜੇ ਹੁਣ ਤੈਨੂੰ ਪੂਰੀ ਸੋਝੀ ਆ ਗਈ ਮਨਾ, ਫਿਰ ਅੱਗੇ ਉਹੀ ਹੋਊਗਾ ਜੋ ਗੁਰਬਾਣੀ 'ਚ ਲਿਖਿਆ। ਜੇ ਗੁਰਬਾਣੀ ਤੋਂ ਉਲਟ ਕਰੇਗਾ ਫਿਰ ਉਹ ਹੋ ਜਾਊਗਾ। ਉਹ ਮਨਮੁਖ ਅਗਿਆਨ ਮੁੱਠਾ ਵਿਖਾਏ। ਉਹ ਜੀਵ ਹੈ ਜਿਹੜਾ ਹੁਕਮ ਨੂੰ ਨਹੀਂ ਮੰਨਦਾ। ਹੇ ਮੇਰੇ ਮਨਾ, ਤੂੰ ਗੁਰਬਾਣੀ ਨੂੰ ਨਹੀਂ ਮੰਨਦਾ, ਗੁਰਬਾਣੀ ਤੇ ਭਰੋਸਾ ਨਹੀਂ ਕਰਦਾ, ਤਾਂ ਤੂੰ ਮਨਮੁਖ ਹੈ। ਕਿਉਂਕਿ ਤੇਰੀ ਸੁਰਤ ਮਨ ਹੁੰਦਾ, ਚੇਤਨ ਸ਼ਕਤੀ ਹੈ, ਬੁੱਧੀ ਹੈ ਸਾਡੀ। ਮਨ ਦੇ ਅੰਦਰੋਂ ਮੁੱਖ ਕੀ ਹੈ? ਉਹਦੇ ਅੰਦਰੋਂ ਇੱਛਾਵਾਂ ਦਾ ਪ੍ਰਗਟ ਹੋ ਜਾਣਾ। ਉਹ ਕੀ ਨੇ? ਅਗਿਆਨ ਵਾਲੇ ਪਾਸੇ ਨੂੰ ਲੈ ਕੇ ਜਾਣਾ। ਅਗਿਆਨ ਕੀ ਹੈ? ਮਾਇਆ। ਅਗਿਆਨ, ਗਿਆਨ ਨਹੀਂ ਲੈ ਰਿਹਾ ਮਨ, ਆਪਣਾ ਗਿਆਨ ਲੈਣ ਦੀ ਬਜਾਏ ਮਾਇਆ ਦਾ ਗਿਆਨ ਲੈ ਰਿਹਾ। ਫਿਰ ਕੀ ਹੈ? ਮੁੱਠਾ, ਠੱਗਿਆ ਜਾ ਰਿਹਾ ਹੈ, ਸਵੈਮ ਆਪਣੇ ਆਪ ਠੱਗੀ ਵੱਜ ਰਹੀ ਹੈ। ਵਿਖ ਮਾਇਆ, ਕਿਉਂਕਿ ਮਾਇਆ ਖਾ ਰਿਹਾ ਹੈ, ਮਾਇਆ ਜ਼ਹਿਰ ਹੈ। ਮਾਇਆ ਦੀ ਸੋਝੀ ਲੈ ਕੇ ਮਨ ਨੇ ਆਪਣੇ ਆਪ ਦੇ ਵਿੱਚ ਸਮਾ ਜਾਣਾ। ਮਾਇਆ ਨੂੰ ਵਰਤ ਕੇ ਖੁਦ ਮਾਇਆ ਦਾ ਹੀ ਸਰੂਪ ਬਣ ਗਿਆ ਮਨ, ਮਾਇਆ 'ਚ ਸਮਾ ਗਿਆ। ਸਮਾਉਣਾ ਸੀ ਸੱਚ 'ਚ, ਤੇ ਫਿਰ ਠੱਗਿਆ ਗਿਆ, ਜੀਵਨ ਵਿਅਰਥ ਚਲਾ ਗਿਆ। ਅੰਗ 855 ਉੱਪਰ ਵੀ ਪਾਤਸ਼ਾਹ ਕਹਿੰਦੇ, ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ, ਜੇ ਸਤਿਗੁਰੂ ਨੋ ਮੰਨੈ ਸੋ ਸਭ ਨਾ ਪਾਵੈ। ਦੂਜੇ ਪਾਸੇ ਪਾਤਸ਼ਾਹ ਕਹਿੰਦੇ ਆ ਵੀ ਹੈ, ਨਾਨਕ ਜੀ ਕਹਿੰਦੇ ਇਹ ਅਚਰਜ ਦੇਖੋ ਮੇਰੇ ਸੱਚੇ ਸ਼ਾਹ ਕਾ। ਕਹਿੰਦੇ ਜਿਹੜਾ ਮੇਰਾ ਸੱਚਾ ਸ਼ਾਹ ਹੈ, ਉਹਦੀ ਕੌਤਕ ਦੇਖੋ, ਉਹਦੀ ਬਿਸਮਤਾ ਦੇਖੋ, ਉਹਦਾ ਪ੍ਰਗਾਸ ਦੇਖੋ, ਉਹਦਾ ਵਿਕਾਸ ਦੇਖੋ, ਉਹਦੀ ਪ੍ਰਸੰਨਤਾ ਦੇਖੋ, ਉਹਦੀ ਕਰਾਮਾਤ ਦੇਖੋ। ਕੀ ਹੈ? ਜੇ ਸਤਿਗੁਰੂ ਨੂੰ ਮੰਨੇ, ਜੇ ਕੋਈ ਹੁਕਮ ਨੂੰ ਮੰਨਣ ਲੱਗ ਜਾਵੇ, ਜੇ ਕੋਈ ਜੋਤ ਹੁਕਮ 'ਚ ਆ ਜਾਵੇ, ਭਾਣੇ 'ਚ ਆ ਜਾਵੇ, ਸੋ ਸਭ ਨਾ ਪਾਵੇ। ਉਹ ਸਾਰੇ ਸੱਚਖੰਡ ਨੂੰ ਚੰਗਾ ਲੱਗਦਾ ਹੈ। ਸਾਰੇ ਸੱਚਖੰਡ ਵਾਲੇ ਕਹਿੰਦੇ ਆ ਵੀ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ, ਵੀ ਆਓ ਜੀ ਬੈਠੋ, ਕਿੱਡੀ ਮਹਿਮਾ। ਅਰ ਜੇ ਇਹ ਮੇਰੇ ਮਨਾ ਹੁਕਮ ਨਾ ਮੰਨਿਆ, ਫਿਰ ਥਾਓ ਨਾ ਹੋ ਬਈ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ। ਫਿਰ ਉਧਰ ਨੂੰ ਵੀ ਹੈ, ਜੇ ਇੱਧਰ ਨੂੰ ਜੈ ਜੈਕਾਰ ਹੁੰਦੀ ਹੈ, ਇੱਧਰ ਸਤਿਕਾਰ ਮਿਲਦਾ, ਤਿਰਸਕਾਰ ਵੀ ਮਿਲਦਾ ਨਾਲ ਹੀ। ਗਲ ਸੰਗਲ ਘੱਤ ਚਲਾਇਆ ਵੀ ਹੈ। ਔਗਣੀ ਨੇ ਜਿਹੜਾ ਸੰਗਲ ਆ, ਉਹ ਔਗਣਾ ਦਾ ਹੀ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਉਹ ਪਾ ਕੇ ਤੋਰ ਦੇਣਾ ਵੀ ਲੈ ਜਾ ਭਾਈ ਆਪਣੇ ਔਗਣ। ਸੋ ਅੰਗ 1406 ਉੱਪਰ ਵੀ ਪਾਤਸ਼ਾਹ ਕਹਿੰਦੇ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨ। ਕਹਿੰਦੇ ਜਿਹੜਾ ਜਨਮ ਮਿਲਿਆ ਕਾਲ ਕਰ ਜੋੜ, ਜਿਹੜੀ ਕਲਪਨਾ ਹੈ ਤੇਰੀ, ਕਲਪਨਾ ਦੇ ਕਰਕੇ ਤੈਨੂੰ ਆ ਜਨਮ ਮਿਲਿਆ, ਇਹਦੇ ਕਰਕੇ ਤੇਰਾ ਜੋੜ ਹੋਇਆ। ਹੁਕਮ ਜੋ ਹੋਏ ਸੋ ਮੰਨੈ, ਜੇ ਇਸ ਕਾਲ ਤੋਂ ਬਾਹਰ ਨਿਕਲਣਾ, ਇਸ ਇੱਛਾ ਤੋਂ ਨਿਕਲਣਾ ਬਾਹਰ, ਤਾਂ ਹੁਕਮ ਜੋ ਹੋਏ ਸੋ ਮੰਨੈ, ਜੋ ਹੁਕਮ ਹੋ ਰਿਹਾ ਹੈ ਉਹਨੂੰ ਮੰਨ ਲਵੇ। ਫਿਰ ਕੀ ਹੋ ਜਾਊਗਾ? ਭਵ ਸਾਗਰ ਬੰਧਿਓ, ਜਿਹੜਾ ਭਵ ਸਾਗਰ ਦੇ ਅੰਦਰ ਬੰਧਿਆ ਹੋਇਆ ਨਾ ਤੇਰਾ ਸਾਰਾ ਕੁਝ ਹੀ ਸਿਸਟਮ। ਹੇ ਮੇਰੇ ਮਨਾ, ਤੂੰ ਭਵ ਸਾਗਰ ਨਾਲ ਜੁੜਿਆ ਹੋਇਆ, ਅੱਗ ਨਾਲ ਜੁੜਿਆ ਹੋਇਆ, ਹਿਵੇ ਘਰ ਨੂੰ ਛੱਡ ਕੇ, ਤਾਂ ਸਿੱਖ ਤਾਰੇ ਸੋ ਪ੍ਰਸੰਨ ਹੈ। ਉਹ ਸਿੱਖਾਂ ਨੂੰ ਜਿਹੜਾ ਤਾਰ ਦਿੰਦਾ ਹੈ, ਸਿੱਖ ਤਰਦਾ ਹੈ। ਕਿਉਂਕਿ ਸਿੱਖਿਆ
ਜਿਹੜਾ ਜੋਤ ਹੈ, ਸੁਰਤ ਹੈ, ਜਿਹੜੀ ਹਰ ਵੇਲੇ ਹੁਕਮ 'ਚ ਰਹਿਣਾ ਚਾਹੁੰਦੀ ਹੈ, ਹੁਕਮ ਦੇ ਭਾਣੇ 'ਚ ਰਹਿਣਾ ਚਾਹੁੰਦੀ ਹੈ, ਉਹ ਸਿੱਖਿਆ ਲੈਦੀ ਹੈ, ਸੋ ਪ੍ਰਸੰਨ ਹੈ। ਉਹਦੇ ਤੇ ਸਾਰਾ ਸੱਚਖੰਡ ਪ੍ਰਸੰਨ ਹੁੰਦਾ ਹੈ ਕਿ ਵਾਕਈ ਆ ਜੋਤ ਹੁਕਮ ਨੂੰ ਮੰਨ ਰਹੀ ਹੈ, ਹੁਕਮ ਨੂੰ ਕਬੂਲ ਕਰਦੀ ਹੈ। ਪਹਿਲਾ ਮਰਨ ਕਬੂਲ ਇਹੀ ਹੈ, ਮਨ ਨੂੰ ਮਾਰਨਾ ਹੀ ਹੈ, ਮਨ ਦੀ ਇੱਛਾ ਹੀ ਤੇ ਅੱਗਣੀ ਹੈ, ਮਨ ਦੀ ਸੋਚ ਹੀ ਬਦਲਣੀ ਹੈ। ਜੀਵਨ ਕੀ ਸਾਡਾ, ਜਿਹਨੂੰ ਇਹ ਮਨ ਜੀਵਨ ਮੰਨਦਾ ਉਹ ਜੀਵਨ ਨਹੀਂ ਹੈ, ਉਹ ਇਹਦੀ ਮੌਤ ਹੈ। ਜੀਵਨ ਹੈ ਇਹਦਾ ਹੁਕਮ ਨੂੰ ਪ੍ਰਾਪਤ ਕਰਨਾ, ਆਪਣੇ ਮੂਲ 'ਚ ਸਮਾ ਜਾਣਾ, ਆਪਣੇ ਆਪੇ ਦੀ ਸੋਝੀ ਆ ਜਾਣੀ। ਹੋ ਸਭਨਾ ਕੀ ਰੇਣਕਾ, ਫਿਰ ਉਹ ਜਿਹੜਾ ਸਾਰਾ ਸੱਚਖੰਡ ਹੈ ਉਹਨਾਂ ਦੀ ਜਿਹੜੀ ਰੇਣਕ ਹੈ, ਉਹਨਾਂ ਦੇ ਮੁੱਖੋਂ ਜਿਹੜਾ ਹੁਕਮ ਪ੍ਰਗਟ ਹੋ ਰਿਹਾ, ਤਾਂ ਆਓ ਹਮਾਰੇ ਪਾਸ, ਕਹਿੰਦੇ ਸਾਡਾ ਹੁਕਮ ਮੰਨ ਲੈ, ਇੱਥੇ ਆ ਜਾ। ਭਾਵ ਕਿ ਹੁਕਮ ਵੀ ਇਹਦਾ ਆਪ ਦਾ ਹੀ ਹੈ, ਇਹਨੂੰ ਆਪਣੇ ਆਪ ਦੀ ਸੋਝੀ ਆਉਣੀ ਹੈ, ਤੇਰੇ ਉੱਥੇ ਚਲੇ ਜਾਣਾ। ਸੋ ਮੰਨਣਾ, ਉਸ ਤੋਂ ਅੱਗੇ ਬਚਨ ਹੁੰਦਾ ਸੁਰਤ। ਸੁਰਤ ਹੁੰਦੀ ਹੈ ਜਾਗਰਤ ਅਵਸਥਾ, ਬੁੱਧੀ ਦੇ ਅੰਦਰ ਸੱਚ ਦਾ ਪ੍ਰਾਪਤੀ ਹੋ ਜਾਣੀ। ਭਾਵ ਜੀਵ ਨੇ ਜਿਹੜਾ ਭਾਵ ਸਾਗਰ ਵਿੱਚ ਆਇਆ ਹੋਇਆ, ਉਹਨੇ ਗੁਰ ਉਪਦੇਸ਼ ਮੰਨਣਾ ਹੈ, ਗੁਰਬਾਣੀ ਮੰਨਣੀ ਹੈ। ਉਹਦੇ ਲਈ ਗੁਰਬਾਣੀ 'ਚ ਪਾਤਸ਼ਾਹ ਕਹਿੰਦੇ ਆ ਅੰਗ 29 ਦੇ ਉੱਪਰ, ਮੇਰੇ ਮਨ ਤਜ ਨਿੰਦਾ ਹਉਮੈ ਹੰਕਾਰ, ਆਹ ਕਾਰਨ ਹੈ, ਇਹ ਛੱਡਣਾ ਪਊਗਾ। ਹੇ ਮੇਰੇ ਮਨਾ, ਤੇਰੇ ਅੰਦਰ, ਤੇਰੀ ਸੁਰਤ ਦੇ ਅੰਦਰ ਜਿਹੜੀ ਜਾਗਰਤ ਅਵਸਥਾ ਬੁੱਧੀ 'ਚ ਨਹੀਂ ਹੋ ਰਹੀ, ਅਗਿਆਨਤਾ ਵੱਧ ਰਹੀ ਹੈ, ਉਹਦਾ ਕਾਰਨ ਆ ਹੈ। ਉਹ ਕਾਰਨ ਕੀ ਹੈ? ਨਿੰਦਾ, ਹਉਮੈ, ਹੰਕਾਰ। ਇਹਨਾਂ ਨੂੰ ਛੱਡ ਦੇ। ਮੇਰੇ ਮਨ ਤਜ, ਹੇ ਮੇਰੇ ਮਨਾ, ਇਹ ਚੀਜ਼ ਛੱਡ ਦੇ। ਨਿੰਦਾ, ਨਿੰਦਾ ਕੀ ਹੁੰਦੀ ਹੈ? ਆਪਣੇ ਮੂਲ ਦੀ ਗੱਲ ਨਾ ਮੰਨਣੀ। ਬਾਹਰੀ ਤੌਰ ਤੇ ਦੇਖਿਆ ਜਾਵੇ, ਗੁਰਬਾਣੀ ਦੀ ਗੱਲ ਨਾ ਮੰਨਣੀ ਨਿੰਦੇ ਹੈ। ਗੁਰਬਾਣੀ ਸਾਡਾ ਗੁਰੂ ਹੈ, ਅਸੀਂ ਗੁਰਬਾਣੀ ਦੀ ਗੱਲ ਨਹੀਂ ਮੰਨਦੇ, ਤੇ ਜਦੋਂ ਗੁਰਬਾਣੀ ਦੀ ਗੱਲ ਨਹੀਂ ਮੰਨਦਾ ਤਾਂ ਨਿੰਦਿਆ ਕਰਦਾ ਹੈ। ਪਾਤਸ਼ਾਹ ਕਹਿੰਦੇ ਇਹਨੂੰ ਤਾਜੇ ਛੱਡ, ਇਹ ਸੁਭਾਅ ਛੱਡ ਆਪਣਾ, ਗੁਰਬਾਣੀ ਦੀ ਗੱਲ ਮੰਨਣੀ ਸ਼ੁਰੂ ਕਰ। ਤੇ ਨਿੰਦਿਆ ਦੇ ਵਿੱਚੋਂ ਕੀ ਪੈਦਾ ਹੋ ਜਾਂਦਾ ਫਿਰ? ਹਉਮੈ। ਹਉਮੈ ਕੀ ਹੈ? ਭਰਮ। ਫਿਰ ਭਰਮ ਦੇ ਵਿੱਚੋਂ ਇੱਕ ਚੀਜ਼ ਹੋਰ ਪੈਦਾ ਹੋ ਜਾਂਦੀ ਹੈ, ਉਹ ਹੰਕਾਰ, ਜੋ ਅੱਜ ਹੈ ਹੀ ਹੈ। ਇਹ ਮੇਰੇ ਮਨਾ ਤੇਰੇ ਅੰਦਰ ਐਡਾ ਹੰਕਾਰ ਦਾ ਟਿੱਬਾ ਲੱਗ ਚੁੱਕਿਆ ਕਿ ਤੈਨੂੰ ਪਤਾ ਹੀ ਨਹੀਂ ਕੁਛ ਵੀ ਲੱਗ ਰਿਹਾ। ਹੇ ਮੇਰੇ ਮਨਾ, ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਜੇ ਜਾਗਰਤ ਅਵਸਥਾ ਨੂੰ ਪ੍ਰਾਪਤ ਕਰਨਾ। ਅੰਗ 500 ਅੰਗ 58 ਦੇ ਉੱਪਰ ਵੀ ਕਹਿੰਦੇ ਆ ਪਾਤਸ਼ਾਹ, ਮਹੱਲਾ ਪਹਿਲਾ, ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ। ਸ਼ਬਦੀ ਰਤੇ। ਹੁਣ ਜਿਹੜੀ ਸੁਰਤ ਗੁਰਬਾਣੀ ਨੂੰ ਮੰਨਣ ਲੱਗ ਜਾਂਦੀ ਹੈ, ਸ਼ਬਦ ਨੂੰ ਮੰਨਣ ਲੱਗ ਜਾਂਦੀ ਹੈ, ਸੇ ਨਿਰਮਲੇ, ਉਹ ਨਿਰਮਲੇ ਨੇ, ਉਹ ਸ਼ੁੱਧ ਹੋਈ ਹੈ, ਹਜੇ ਪਵਿੱਤਰ ਹੋਈ ਹੈ। ਪਵਿੱਤਰ 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 ਪੁਨੀਤ ਹੈ। 3 ਸਟੇਜਾਂ ਪਵਿੱਤਰ ਹੋਣ ਦੀਆਂ ਨੇ, ਰਜੋ ਤਮੋ ਸਤੋ। ਇਹ ਤਿੰਨੇ ਚੀਜ਼ਾਂ ਛੱਡਣੀਆਂ ਪੈਣਗੀਆਂ, ਪਵਿੱਤਰ ਹੀ ਹੈ। ਇਸ ਤੋਂ ਅੱਗੇ ਪੁਨੀਤ ਹੈ। ਸੁਣਤੇ ਪੁਨੀਤ, ਜਿਨ੍ਹਾਂ ਨੂੰ ਧੁਰ ਕੀ ਬਾਣੀ ਸੁਣਦੀ ਹੈ ਉਹ ਪੁਨੀਤ ਨੇ। ਕਹਤੇ ਪਵਿੱਤ, ਜਿਹੜੇ ਉਹ ਗੱਲ ਨੂੰ ਫਿਰ ਮੁੜ ਕੇ ਬੋਲ ਕੇ ਕਹਿੰਦੇ ਉਹ ਪਵਿੱਤਰ ਹੀ ਕਰ ਸਕਦੇ ਆ। ਭਾਵ ਕਿ ਭਗਤ ਸਾਹਿਬਾਨ ਸਾਨੂੰ ਸ਼ਬਦ ਗੁਰੂ ਦੀ ਸੋਝੀ ਕਰਾ ਸਕਦੇ ਆ, ਪਰ ਸ਼ਬਦ ਗੁਰੂ ਦੀ ਪ੍ਰਾਪਤੀ ਆਪ ਕਰਨੀ ਪੈਂਦੀ ਹੈ। ਉਹ ਸਾਨੂੰ ਮਾਰਗ ਦੱਸ ਸਕਦੇ ਆ, ਚੱਲਣਾ ਸਾਨੂੰ ਪਵੇਗਾ। ਉਹ ਵਸਤੂ ਸਾਨੂੰ ਦੇ ਸਕਦੇ ਆ, ਖਾਣੀ ਸਾਨੂੰ ਪਵੇਗੀ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਈ ਉਧਾਰ ਹੋਇਆ। ਹੈ ਮੇਰੇ ਮਨਾ, ਜੇ ਤੂੰ ਇਹਨੂੰ ਖਾ ਲਵੇਂ, ਵਸਤੂ ਤੇਰੇ ਸਾਹਮਣੇ ਹੈ, ਜੇ ਖਾਵੇਂਗਾ ਤਾਂ ਹੀ ਹੈ ਨਾ। ਸੱਚ ਦਾ ਸਾਹਮਣੇ ਹੈ, ਗੁਰਬਾਣੀ ਸਾਹਮਣੇ ਹੈ, ਇਹਨੂੰ ਖਾ ਲੈ। ਸੱਚ ਖਾਣਾ, ਗੁਰਬਾਣੀ ਨੂੰ ਖਾਣਾ ਹੈ। ਹੁਣ ਗੁਰਬਾਣੀ ਕਿਵੇਂ ਖਾਧੀ ਜਾਊਗੀ? ਗੁਰਬਾਣੀ ਦੀ ਗੱਲ ਮੰਨਣੀ ਹੈ, ਗੁਰਬਾਣੀ ਤੇ ਭਰੋਸਾ ਕਰਨਾ, ਗੁਰਬਾਣੀ ਅਨੁਸਾਰ ਚੱਲਣਾ। ਗੁਰਬਾਣੀ ਤੋਂ ਅੱਗੇ ਨਹੀਂ ਜਾਣਾ, ਗੁਰਬਾਣੀ ਤੋਂ ਪਿੱਛੇ ਨਹੀਂ ਰਹਿਣਾ, ਬਿਲਕੁਲ ਪੈਰਲਲ ਚੱਲਣਾ ਗੁਰਬਾਣੀ ਦੇ। ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ। ਕਹਿੰਦੇ ਆ ਛੱਡ। ਜਿਵੇਂ ਜਿਵੇਂ ਅਸੀਂ ਗੁਰਬਾਣੀ ਦੀ ਸੋਝੀ ਪ੍ਰਾਪਤ ਕਰਾਂਗੇ, ਤਿਵੇਂ ਤਿਵੇਂ ਸਾਡੇ ਅੰਦਰੋਂ ਕਾਮ, ਮਾਇਆ ਦੀਆਂ ਇੱਛਾਵਾਂ, ਕ੍ਰੋਧ ਤੇ ਹੰਕਾਰ ਖਤਮ ਹੁੰਦਾ ਚਲੇ ਜਾਵੇਗਾ।
ਜਿਵੇਂ ਅਸੀਂ ਅੱਜ ਸਾਡੇ ਕੋਲ ਮੋਬਾਈਲ ਫੋਨ ਚੱਲਦੇ ਆ, ਇਹਨਾਂ ਦੀ ਬੈਟਰੀ ਜਦੋਂ ਅਸੀਂ ਵਰਤਦੇ ਹਾਂ ਉਹ ਘਟਦੀ ਹੈ। ਜੇ ਉਹਦੇ ਨਾਲ ਚਾਰਜਰ ਲੱਗਿਆ ਰਹੇ, ਅਸੀਂ ਫੋਨ ਵੀ ਚਲਾਈ ਚੱਲੀਏ ਤਾਂ ਬੈਟਰੀ ਘਟੂ ਨਹੀਂ, ਨਾਲ ਦੀ ਨਾਲ ਚਾਰਜ ਹੋਈ ਚੱਲੂਗੀ। ਅਗਰ ਅਸੀਂ ਚਾਰਜਰ ਤੋਂ ਬਿਨਾਂ ਬੈਟਰੀ ਚਲਾਉਂਦੇ ਹਾਂ ਤਾਂ ਸਾਡੀ ਬੈਟਰੀ ਘਟਦੀ ਹੈ ਫੋਨ ਦੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਮਾਇਆ ਦੇ ਨਾਲ ਆਪਣੇ ਮਨ ਨੂੰ ਜੋੜਦੇ ਹਾਂ ਤਾਂ ਸਾਡੀ ਜਿਹੜੀ ਬੈਟਰੀ ਦੀ ਤਾਕਤ ਹੈ ਉਹ ਘਟਦੀ ਹੈ। ਪਰ ਜੇ ਅਸੀਂ ਗੁਰਬਾਣੀ ਦੇ ਅਨੁਸਾਰ ਚੱਲੀਏ, ਗੁਰਬਾਣੀ ਦਾ ਚਾਰਜਰ ਸਾਡੀ ਸੁਰਤ ਨਾਲ ਜੁੜਿਆ ਰਹੇ, ਫਿਰ ਭਾਵੇਂ ਅਸੀਂ ਮਾਇਆ 'ਚ ਵੀ ਰਹੀਏ, ਮਾਇਆ ਨੂੰ ਵਰਤਾਂਗੇ ਜ਼ਰੂਰ, ਪਰ ਸਾਨੂੰ ਫਿਰ ਪਿੱਛੋਂ ਨਹੀਂ ਕਮੀ ਆਵੇਗੀ, ਸਾਡੀ ਬੁੱਧੀ ਦੇ ਵਿੱਚ ਮੈਲ ਨਹੀਂ ਲੱਗੂ, ਕਿਉਂਕਿ ਸਾਨੂੰ ਗੁਰਬਾਣੀ ਮਾਇਆ ਦੇ ਬਾਰੇ ਦੱਸੂ ਵੀ ਇਹਨੂੰ ਇਸ ਤਰੀਕੇ ਨਾਲ ਵਰਤਣਾ ਹੈ। ਸੋ ਕਿਛ ਕਰ ਜਿਤ ਮੈਲਣ ਲੱਗੇ, ਗੁਰਬਾਣੀ ਦੱਸੂਗੀ ਕਿ ਮਾਇਆ 'ਚ ਰਹਿ, ਅੰਜਨ ਮਾਹੇ ਨਿਰੰਜਨ ਰਹੀ ਹੈ, ਏਵ ਏਵ ਜੁਗ ਪਾਈ। ਅੰਜਨ ਦੇ ਮਾਹੇ, ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਨਿਰੰਜਨ ਦੀ ਪ੍ਰਾਪਤੀ ਹੈ। ਰਹਿਣਾ ਮਾਇਆ 'ਚ ਹੀ ਹੈ, ਮਾਇਆ ਤੋਂ ਬਾਹਰ ਤਾਂ ਜਾ ਨਹੀਂ ਸਕਦਾ ਹੁਣੇ, ਪਰ ਇਹਦੇ ਵਿੱਚ ਰਹਿੰਦਾ ਰਹਿੰਦਾ ਨਿਰਲੇਪ ਹੋ ਸਕਦਾ। ਜੈਸੇ ਜਲ ਮੈਂ ਕਮਲ ਅਲੇਪ, ਕਮਲ ਦਾ ਫੁੱਲ ਚਿੱਕੜ 'ਚ ਹੀ ਹੋਊਗਾ, ਇਹ ਤਾਂ ਹੈ ਨਹੀਂ ਵੀ ਚਿੱਕੜ ਤੋਂ ਬਿਨਾਂ ਕਿਤੇ ਪੈਦਾ ਹੋ ਜਾਊਗਾ। ਪਰ ਉਹਦੀ ਕਿੰਨੀ ਸੁੰਦਰਤਾ। ਇਸੇ ਤਰ੍ਹਾਂ ਗੁਰਮੁਖ ਰਹੂ ਮਾਇਆ 'ਚ, ਪਰ ਮਾਇਆ ਤੋਂ ਨਿਸੰਗ ਹੋ ਕੇ ਰਹੂਗਾ, ਮਾਇਆ ਦਾ ਲੇਪ ਨਹੀਂ ਹੋਊਗਾ। ਤਾਂ ਪਾਤਸ਼ਾਹ ਨੇ ਲਿਖਿਆ ਕਿ ਸ਼ਬਦੀ ਰੱਤੇ ਸੇ ਨਿਰਮਲੇ, ਉਹ ਨਿਰਮਲੇ ਨੇ। ਤਜ ਕਾਮ ਕ੍ਰੋਧ ਹੰਕਾਰ, ਅੰਗ 24 ਉੱਪਰ ਵੀ ਪਾਤਸ਼ਾਹ ਕਹਿੰਦੇ ਏਕਾ ਸੁਰਤ ਜੇਤੇ ਹੈ ਜੀ, ਸੁਰਤ ਵੀ ਹੋਣਾ ਕੋਏ ਨਾ ਕੀ। ਕਹਿੰਦੇ ਏਕਾ ਸੁਰਤ ਜੇਤੇ ਹੈ, ਜਿੰਨੇ ਵੀ ਜੀ ਨੇ 84 ਲੱਖ ਜੁਨੀ ਹੈ, ਜਿੰਨੀਆਂ ਵੀ ਜੋਤਾਂ ਨੇ ਏਕਾ, ਉਹਨਾਂ ਦੇ ਏਕਾ ਹੀ ਅੰਦਰ, ਸਾਰੀਆਂ ਇੱਕੋ ਹੀ ਨੇ, ਉਹਨਾਂ ਦੀ ਸੁਰਤ ਦੇ ਵਿੱਚ ਏਕਾ ਹੀ ਹੈ। ਸੱਚਖੰਡ ਨਾਲ ਤਾਂ ਸੰਬੰਧਿਤ ਹੈਗੀਆਂ ਨੇ ਜਿੰਨੇ ਵੀ ਜੀ ਨੇ, ਪਰ ਫਰਕ ਕੀ ਹੈ, ਸੁਰਤ ਵੀ ਹੋਣਾ। ਉਹਨਾਂ ਨੂੰ ਸੁਰਤ ਨਹੀਂ, ਸੋਝੀ ਨਹੀਂ ਹੈ ਕਿ ਅਸੀਂ ਸੱਚਖੰਡ ਵਾਲੇ ਹਾਂ। ਉਹਨਾਂ ਨੂੰ ਸੋਝੀ ਇਹੀ ਹੈ ਕਿ ਅਸੀਂ ਤਾਂ ਨਰਕੀ ਜੀਵ ਹਾਂ, ਜਾਂ ਸਾਨੂੰ ਇੱਕ ਨਵਾਂ ਸ਼ਬਦ ਮਿਲਦਾ ਸੁਣਨ ਨੂੰ ਵੀ ਇਸ ਤੇ ਜੀ ਕਲਯੁਗੀ ਜੀਵ ਹੈ। ਅਸੀਂ ਕਲਯੁਗੀ ਜੀਵ ਥੋੜ੍ਹੋ ਹੈ, ਅਸੀਂ ਸਤਯੁਗੀ ਜੀਵ ਹੈ। ਜੇ ਇੱਕ ਹੀਰਾ ਹੈ, ਹੀਰੇ ਨੂੰ ਚੱਕ ਕੇ ਤੁਸੀਂ ਗੰਦਗੀ 'ਚ ਸਿੱਟ ਦੇਵੋ, ਕਿ ਹੀਰੇ ਦੀ ਕੀਮਤ ਘਟ ਗਈ, ਕਿ ਜਾਂ ਹੀਰਾ ਬਦਲ ਜੂਗਾ ਗੰਦਗੀ 'ਚ ਜਾ ਕੇ? ਹਾਂ, ਇਹ ਠੀਕ ਹੈ ਕਿ ਜਿੰਨਾ ਚਿਰ ਹੀਰਾ ਪਿਆ ਗੰਦਗੀ ਦੇ ਵਿੱਚ, ਉਹਦਾ ਮੁੱਲ ਨਹੀਂ ਹੈ, ਲੁਕਿਆ ਹੋਇਆ। ਪਰ ਜੇ ਕੋਈ ਉਹਨੂੰ ਜੌਰੀ ਕੱਢ ਲਵੇ, ਹੀਰੇ ਨੂੰ ਉੱਚੋਂ ਕੱਢ ਕੇ ਉਹਨੂੰ ਧੋ ਕੇ ਸਾਫ਼ ਕਰਕੇ ਸ਼ੋਰੂਮ 'ਚ ਰੱਖ ਦੇਵੇ, ਉਹਦਾ ਮੁੱਲ ਪੈ ਜਾਣਾ। ਇਸੇ ਤਰ੍ਹਾਂ ਠੀਕ ਹੈ, ਸਾਡਾ ਧਿਆਨ ਮਾਇਆ 'ਚ ਹੈ ਕਿ ਅਸੀਂ ਧਿਆਨ ਮਾਇਆ 'ਚੋਂ ਬਾਹਰ ਨਹੀਂ ਕੱਢ ਸਕਦੇ। ਅਸੀਂ ਕਲਯੁਗੀ ਜੀਵ ਨਹੀਂ ਹਾਂ, ਅਸੀਂ ਸਤਯੁਗੀ ਜੀਵ ਹੈ। ਸਾਡੀ ਜੋਤ ਨਿਰਾਕਾਰ ਹੈ। ਕੀ ਹੋਇਆ, ਅਸੀਂ ਧਿਆਨ ਮਾਇਆ 'ਚ ਲਿਆਏ, ਧਿਆਨ ਤਾਂ ਮਾਇਆ 'ਚੋਂ ਬਾਹਰ ਕੱਢ ਸਕਦੇ ਹਾਂ। ਗੁਰਬਾਣੀ ਸਾਨੂੰ ਬਾਹਰ ਹੀ ਕਢਾਉਣ ਵਾਲੀ ਸੋਝੀ ਕਰਾਉਂਦੀ ਹੈ। ਸੁਰਤ ਵੀ ਹੋਣਾ ਕੋਈ ਨਾ ਕੀ, ਕਹਿੰਦੇ ਸੁਰਤ ਤੋਂ ਵੀ ਹੋਣਾ ਨੇ ਕੋਈ ਨਾ ਕੀ। ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਵੀ ਮੈਂ ਕੌਣ ਹਾਂ। ਜੋਤ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਸਰੀਰ ਹਾਂ ਕਿ ਜਾਂ ਜੋਤ ਹਾਂ। ਜਿਵੇਂ ਇੱਕ ਬੰਦਾ ਝੂਠ ਬੋਲੇ, ਉਸ ਝੂਠ ਨੂੰ ਛੁਪਾਉਣ ਦੇ ਲਈ 100 ਝੂਠ ਇਕੱਠਾ ਹੋਰ ਬੋਲ ਦੇਵੇ, ਤਾਂ ਫਿਰ ਉਹਨੂੰ ਇੰਝ ਲੱਗਣ ਲੱਗ ਜਾਂਦਾ ਵੀ ਸ਼ਾਇਦ ਇਹ ਸੱਚ ਹੀ ਹੈ। ਉਹ ਫਿਰ ਝੂਠ ਨੂੰ ਝੂਠ ਨਹੀਂ ਮੰਨਦਾ, ਉਹ ਸੱਚੀ ਮੰਨਦਾ ਵੀ ਨਹੀਂ ਇਸ ਤਰ੍ਹਾਂ ਹੀ ਹੈ, ਉਹਦਾ ਸੁਭਾਅ ਬਣ ਜਾਂਦਾ। ਇਸੇ ਤਰ੍ਹਾਂ ਜੋਤ ਨੂੰ ਹੁਣ ਟਰੈਵਲ ਕਰਦੇ ਨੂੰ ਕਾਫੀ ਲੰਮਾ ਟਾਈਮ ਹੋ ਗਿਆ, 84 ਲੱਖ ਜੂਨ ਭੁਗਤਦੀ ਕੱਲੇ ਕੱਲੇ ਸਰੀਰ 'ਚੋਂ ਆਉਂਦੀ ਹੈ। ਹੁਣ ਇਹਦਾ ਸੁਭਾਅ ਬਣ ਗਿਆ ਮੈਂ ਸਰੀਰ ਹੀ ਹਾਂ। ਇਸੇ ਤਰ੍ਹਾਂ ਹੀ ਸਾਡੇ ਅੰਦਰ ਵੀ ਅਸੀਂ ਬਹੁਤ ਜ਼ਿਆਦਾ ਜਾਨਵਰਾਂ ਦੀਆਂ ਆਵਾਜ਼ਾਂ ਕੱਢਦੇ ਹਾਂ, ਹੈ ਤਾਂ ਅਸੀਂ ਬੰਦੇ। ਸਾਡਾ ਸੁਭਾਅ ਉਹਨਾਂ ਪਸ਼ੂਆਂ ਵਰਗਾ ਬਣ ਜਾਂਦਾ, ਕਿਉਂਕਿ ਉਹ ਚੀਜ਼ਾਂ ਸਾਡੇ ਅੰਦਰ ਫਸੀਆਂ ਹੋਈਆਂ ਨੇ। ਅਸੀਂ ਅਸਲੀ ਸੁਰਤ ਤੋਂ ਵੀ ਹੋਣੇ ਆ, ਹੁਣ ਵੀ ਸੁਰਤ ਤੋਂ ਵੀ ਹੋਣੇ ਹੀ ਹੈ। ਅੰਗ 24 ਦੇ ਉੱਪਰ ਪਾਤਸ਼ਾਹ ਫਿਰ ਕਹਿੰਦੇ ਇੱਕ ਹੋਰ ਬਚਨਾਂ ਨਾਲ ਹੀ, ਕਹਿੰਦੇ ਫਾਹੀ ਸੁਰਤ ਮਲੂਕੀ ਵੇਸ। ਕਹਿੰਦੇ ਫਾਹੀ ਕੀ ਹੈ? ਸੁਰਤ ਹੈ। ਸੁਰਤ ਤਾਂ ਫਸੀ ਹੋਈ ਆ ਮਾਇਆ ਦੇ ਵਿੱਚ, ਤੇ ਸੁਰਤ ਦਾ ਵੇਸ ਕੀ ਆ? ਮਲੂਕੀ ਵੇਸ ਹੈ। ਇੰਨੀ ਸ਼ੁੱਧ ਸੁਰਤ ਹੈ, ਵੇਸ ਬੜਾ ਮਲੂਕ ਹੈ, ਪਰ ਪੰਗਾ ਲੈ ਲਿਆ।
ਮਾਇਆ 'ਚ ਧਿਆਨ ਕਰ ਬੈਠੀ। ਬੜੀ ਮਲੀਨ ਚੀਜ਼, ਮਲੀਕ ਚੀਜ਼ ਹੈ, ਮਲੀਨ ਹੋ ਗਈ। ਬੜੀ ਪ੍ਰੀਤ ਚੀਜ਼ ਹੈ, ਮਾਇਆ 'ਚ ਫਸ ਗਈ। ਅੰਗ 18 ਉੱਪਰ ਪਾਤਸ਼ਾਹ ਕਹਿੰਦੇ ਸੁਰਤ ਹੋਵੇ ਪਤ ਉਗਵੈ ਗੁਰਬਚਨੀ ਭਉ ਖਾਏ। ਕਹਿੰਦੇ ਸੁਰਤ ਹੋਵੇ, ਜਦੋਂ ਇਹ ਜਾਗੇ, ਮੰਨੈ ਸੁਰਤ, ਜਦੋਂ ਇਹ ਮੰਨਣ ਲੱਗਿਆ ਸੁਰਤ ਹੋਵੇ, ਇਹਨੂੰ ਜਾਗਰਤ ਅਵਸਥਾ ਹੋ ਗਈ, ਤਾਂ ਪਤ ਉਗਵੈ, ਤਾਂ ਇਹਦੇ ਅੰਦਰੋਂ ਉਹ ਹੁਕਮ ਹੈ ਜਿਹੜਾ ਪ੍ਰਗਟ ਹੋਵੇਗਾ। ਗੁਰਬਚਨੀ ਭਉ ਖਾਏ। ਕਹਿੰਦੇ ਆ ਤੇਰੇ ਕੋਲ ਜਿਹੜੇ ਗੁਰ ਦੇ ਬਚਨ ਨੇ, ਗੁਰਬਾਣੀ ਹੈ, ਇਹ ਭਾਉ ਹੈ, ਪ੍ਰੇਮ ਹੈ ਇਹਦੇ ਵਿੱਚ, ਆਤਮਾ ਨੂੰ ਪ੍ਰਾਤਮਾ ਨਾਲ ਜੋੜਨ ਦੀ ਯੁਕਤੀ ਹੈ ਇਹਦੇ ਵਿੱਚ। ਖਾਏ, ਇਹ ਪ੍ਰੇਮ ਦੇ ਬਚਨਾਂ ਨੂੰ ਖਾ ਲੈ। ਹੇ ਮੇਰੇ ਮਨਾ, ਇਹ ਗੁਰਬਾਣੀ ਨੂੰ ਮੰਨ ਲੈ। ਅੰਗ 21 ਉੱਪਰ ਪਾਤਸ਼ਾਹ ਕਹਿੰਦੇ ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਜੋਗ। ਦੇਖੋ ਜੋਤੀ ਜੋਤ ਮਿਲਾਈ ਹੈ। ਹੁਣ ਸਾਡੇ ਵੀ ਆ ਇਸ ਕਨਸੈਪਟ ਨੂੰ ਸਰੀਰ ਨਾਲ ਜੋੜ ਲਿਆ ਕਿ ਜਿਸ ਦਿਨ ਕਿਸੇ ਪਾਤਸ਼ਾਹੀਆਂ ਨੇ ਜਾਂ ਭਗਤ ਸਾਹਿਬਾਂ ਨੇ ਸਰੀਰ ਛੱਡਿਆ ਇਸ ਧਰਤੀ ਦੇ ਉੱਪਰ, ਕਹਿੰਦੇ ਜੀ ਜੋਤੀ ਜੋਤ ਸਮਾ ਗਏ। ਹੁਣ ਉਹਨਾਂ ਦਾ ਤਰੀਕ ਵੀ ਰੱਖ ਲਈ ਵੀ ਇੰਨੀ ਤਰੀਕ ਨੂੰ ਜੋਤੀ ਜੋਤ ਸਮਾਏ, ਜਦ ਕਿ ਸੰਸਾਰ 'ਚ ਪਤਾ ਹੀ ਨਹੀਂ ਲੱਗਦਾ ਜਦੋਂ ਜੋਤੀ 'ਚ ਜੋਤ ਸਮਾਉਂਦੀ ਹੈ। ਮਿਲਿਆ ਮਿਲੀਐ ਸੋ ਮਿਲੇ, ਮਿਲਿਆ ਕਹੀਐ ਸੋਏ ਅੰਤਰਾਤਮੇ ਜੋ ਮਿਲੇ, ਮਿਲਿਆ ਕਹੀਐ ਸੋਏ। ਉਹ ਤਾਂ ਅੰਦਰ ਅੰਦਰ ਖੇਡ ਵਰਤਦੀ ਹੈ, ਉਹ ਬਾਹਰ ਤਾਂ ਪਤਾ ਹੀ ਲੱਗਦਾ ਸਰੀਰ ਤੋਂ। ਤਾਂ ਉਹਦਾ ਸਰੀਰ ਛੱਡ ਕੇ ਗਿਆ, ਜੋਤ ਤਾਂ ਉਹਨਾਂ ਦੀ ਪਹਿਲਾਂ ਹੀ ਰਲੀ ਹੋਈ ਸੀਗੀ ਜਦੋਂ ਸਰੀਰ ਵਿੱਚ ਰਹਿੰਦੇ ਸੀ। ਨਾਮ ਹੀ ਉਦੋਂ ਮਿਲਿਆ, ਰਾਮ ਰਤਨ ਤੋਂ ਪਾਈਏ ਪਹਿਲੇ ਤਜਾ ਸਰੀਰ। ਪਹਿਲਾਂ ਤਾਂ ਉਹਨਾਂ ਦੀ ਇੱਛਾ ਛੱਡੀ, ਆਪਣੀ ਇੱਛਾ ਛੱਡਣ ਤੋਂ ਬਾਅਦ ਤਾਂ ਨਾਮ ਮਿਲਦਾ। ਜੋਤੀ ਜੋਤ ਰਲੀ, ਜੋਤੀ ਕੀ ਹੈ? ਸਾਡਾ ਮੂਲ ਹੈ। ਜੋਤ ਹੈ ਆਤਮਾ, ਆਤਮਾ ਦਾ ਸੁੰਦਰ ਸਰੂਪ ਜੋਤੀ ਹੈ। ਦੇਖੋ ਕੀ ਲਿਖਿਆ, ਜੋਤੀ ਜੋਤ ਮਿਲਾਈ ਹੈ, ਮਿਲਾਈ ਹੈ ਉਹਨਾਂ ਨੇ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਪਛਾਣੇ ਹੈ। ਮਿਲਾਈ ਐ ਹੁਣ ਦੀ ਗੱਲ ਹੈ, ਕੋਈ ਵੀ ਮਿਲਾ ਸਕਦਾ। ਸੁਰਤੀ ਸੁਰਤ ਸੰਜੋਗ, ਇਹੀ ਸੰਜੋਗ ਹੈ। ਸੁਰਤੀ ਦਾ ਸੁਰਤ ਨਾਲ ਸੰਜੋਗ ਹੋ ਜਾਂਦਾ ਹੈ। ਸੁਰਤੀ ਸਾਡਾ ਮੂਲ ਹੈ, ਸੁਰਤ ਜੋਤ ਹੈ। ਦੋਨੇ ਗੱਲਾਂ ਇਕੱਠੀਆਂ ਕਰਕੇ ਦੱਸੀਆਂ ਨੇ ਪਾਤਸ਼ਾਹ ਨੇ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਹਿਲਾਂ ਕੱਲਾ ਰਾਮ ਹੈ, ਫਿਰ ਇਹ ਸ੍ਰੀ ਰਾਮ ਬਣ ਜਾਂਦਾ ਹੈ। ਜਦੋਂ ਜੋਤੀ ਨਾਲ ਜੋਤ ਰਲਦੀ ਹੈ, ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਰਲਦੀ ਹੈ, ਆਤਮਾ ਪ੍ਰਾਤਮਾ ਇੱਕ ਹੁੰਦੀ ਹੈ, ਦੁਵਿਧਾ ਖਤਮ ਹੁੰਦੀ ਹੈ, ਉਹਨੂੰ ਮੰਨਦੇ ਆ ਸੱਚਖੰਡ ਵਾਲੇ ਜੋਤੀ ਜੋਤ। ਸਾਡੇ ਮੰਨਦੇ ਕੋਈ ਸਰੀਰ ਛੱਡ ਕੇ ਚਲਾ ਜਾਂਦਾ ਤਾਂ ਜੋਤੀ ਜੋਤ ਹੈ, ਗੁਰਬਾਣੀ ਨਹੀਂ ਮੰਨਦੀ। ਪਰ ਹੇ ਮੇਰੇ ਮਨ, ਤੇਰੇ ਮੰਨਣੇ ਦਾ ਕੋਈ ਫਾਇਦਾ ਵੀ ਨਹੀਂ ਹੈ। ਪ੍ਰਵਾਨ ਤਾਂ ਉਸ ਗੱਲ ਦੀ ਹੋਣੀ ਜਿਹਨੂੰ ਗੁਰਬਾਣੀ ਮੰਨਦੀ ਹੈ। ਮੰਨੈ ਸੁਰਤ, ਜਿਹੜੀ ਸੁਰਤ ਮੰਨੇ, ਹੋਵੇ ਮਨ ਬੁੱਧ। ਔਰ ਜਦੋਂ ਸਾਡੀ ਸੁਰਤ ਮੰਨਦੀ ਹੈ ਹੁਕਮ ਨੂੰ, ਤਾਂ ਮਨ ਵਿੱਚ ਜਿਹੜੀ ਸਾਡੀ ਬੁੱਧ ਹੈ, ਅਕਲ ਹੈ, ਸੁਗਿਆਨਤ ਹੈ, ਵਿਸਮਾਦਤ ਹੈ, ਫੇਰ ਪ੍ਰਗਟ ਹੋ ਜਾਂਦੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ ਅੰਗ 18 ਦੇ ਉੱਪਰ ਮਹੱਲਾ ਪਹਿਲਾ, ਆਪਣਾ ਮਨ ਪ੍ਰਬੋਧੋ ਬੂਝੋ ਕੋਈ, ਲੋਕ ਸਮਝਾਵੋ ਸੁਣੇ ਨਾ ਕੋਈ। ਬੜੀ ਵੱਡੀ ਗੱਲ ਲਿਖੀ ਹੈ ਪਾਤਸ਼ਾਹ ਨੇ। ਕਹਿੰਦੇ ਆਪਣਾ ਮਨ ਪ੍ਰਬੋਧੋ, ਹੇ ਮੇਰੇ ਮਨਾ, ਪਹਿਲਾਂ ਆਪਣੇ ਮਨ ਨੂੰ ਪ੍ਰਬੋਧ ਕਰਾ। ਪ੍ਰਬੋਧ ਹੁੰਦਾ ਮਾਇਆ ਤੋਂ ਪਰੇ ਦੀ ਸੋਝੀ ਕਰਾ। ਆਪਣੇ ਆਪ ਨੂੰ ਪਛਾਣ, ਆਪਣੇ ਮੂਲ ਨੂੰ ਪਛਾਣ। ਬੂਝੋ ਕੋਈ, ਫੇਰ ਉਹਨੂੰ ਬੁਝਾਰ ਤੋਂ ਪਤਾ ਤਾਂ ਲੱਗਣਾ ਖੇਡ ਕੀ ਹੈ। ਲੋਕ ਸਮਝਾਵੋ ਸੁਣੇ ਨਾ ਕੋਈ। ਕਹਿੰਦੇ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾਈ ਚਲੋ, ਕੋਈ ਨਹੀਂ ਕਿਸੇ ਦੀ ਸੁਣਦਾ। ਜੇ ਲੋਕ ਸੁਣਦੇ ਹੁੰਦੇ ਨਾ ਤਾਂ ਅੱਜ ਜੀਵਨ ਬਦਲਿਆ ਹੁੰਦਾ। ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਹੀ ਝਾਤੀ ਮਾਰ। ਤੂੰ ਕਿੰਨਾ ਚਿਰ ਦਾ ਗੁਰਬਾਣੀ ਪੜ੍ਹਦਾ, ਤੇਰਾ ਬਦਲ ਗਿਆ ਜੀਵਨ? ਕਿੰਨਿਆਂ ਤੂੰ ਪੁਰਖਾਂ ਤੋਂ ਗੱਲਾਂ ਸੁਣ ਲਿਆ, ਕੀ ਜੀਵਨ ਬਦਲ ਗਿਆ? ਜੇ ਤੇਰਾ ਹੀ ਨਹੀਂ ਬਦਲਿਆ, ਫਿਰ ਤੂੰ ਦੂਜੇ ਨੂੰ ਕਿਵੇਂ ਕਹੇਗਾ? ਪਾਤਸ਼ਾਹ ਨੇ ਸੱਚਾ ਵਚਨ ਲਿਖਿਆ, ਲੋਕ ਸਮਝਾਵੋ। ਧਰਮ ਦੇ ਆਗੂ ਲੋਕਾਂ ਨੂੰ ਸਮਝਾਉਣ ਲੱਗ ਜਾਂਦੇ ਆ, ਸੁਣੇ ਨਾ ਕੋਈ, ਕੋਈ ਨਹੀਂ ਸੁਣਦਾ ਕਿਸੇ ਦੀ। ਇਹ ਤਾਂ ਮਨਾ ਤੈਨੂੰ ਆਪ ਹੀ ਆਪਣੇ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਆਪਣਾ ਮਨ ਪ੍ਰਬੋਧੋ, ਪਹਿਲਾਂ ਆਪਣੇ ਮਨ ਨੂੰ ਮਾਇਆ ਤੋਂ ਬਾਹਰ ਲੈ ਕੇ ਜਾ, ਫਿਰ ਤੈਨੂੰ ਬੁਝਾਰ ਤੋਂ ਪਤਾ ਲੱਗਣੀ ਹੈ।
ਅੰਗ 288 ਉੱਪਰ ਪਾਤਸ਼ਾਹ ਕਹਿੰਦੇ ਮਨ ਪ੍ਰਬੋਧੋ ਹਰ ਕੈ ਨਾਏ। ਜਿਹੜਾ ਹਰ ਹੈ, ਅੰਤਰਾਤਮਾ ਹੈ, ਉਹਦਾ ਜਿਹੜਾ ਹੁਕਮ ਹੈ, ਉਹਦੀ ਜਿਹੜੀ ਉਸਤਤੀ ਹੈ, ਉਹਦੇ ਨਾਲ ਮਨ ਦੇ ਉੱਪਰ ਉਹ ਪ੍ਰਬੋਧ ਚਾੜਨਾ ਹੈ, ਮਨ ਨੂੰ ਉਹਦਾ ਆਪਣਾ ਸੁੰਦਰ ਸਰੂਪ ਦਿਖਾਉਣਾ ਹੈ। ਦਹਿ ਦਿਸ ਧਾਵਤਾ ਆਵੇ ਨਾ ਠਾਏ। ਕਹਿੰਦੇ ਤਾਂ ਦਸੇ ਦਿਸ਼ਾਵਾਂ ਦੇ ਵਿੱਚ ਧਾਉਂਦਾ ਫਿਰਦਾ ਹੈ, ਭੱਜਿਆ ਫਿਰਦਾ, ਕਦੇ ਉੱਧਰ ਨੂੰ ਜਾਂਦਾ, ਕਦੇ ਉੱਧਰ ਨੂੰ ਜਾਂਦਾ। ਦਹਿ ਦਿਸ ਧਾਵਤ ਆਵੇ ਠਾਏ, ਫੇਰ ਇਹਨੇ ਟਿਕਣਾ ਹੈ। ਇੱਕ ਥਾਂ ਤੇ ਫੇਰ ਆਊਗਾ ਜਦ ਇਹਨੂੰ ਅਸਲੀ ਗੱਲ ਦਾ ਪਤਾ ਲੱਗਣਾ ਹੈ। ਅੰਗ 731 ਉੱਪਰ ਹੀ ਪਾਤਸ਼ਾਹ ਕਹਿੰਦੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ। ਗੁਰ ਤੁਠੈ ਮਨ ਪ੍ਰਬੋਧਿਆ ਹਰ ਪੀਆ ਰਸ ਗਟ ਕੇ। ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ। ਹੇ ਮੇਰੇ ਮਨ, ਹੁਣ ਦੇਖੋ ਦੋ ਗੱਲਾਂ ਲਿਖਦੀਆਂ, ਰਾਮ ਨਾਮ ਤੇ ਹਰ ਕੇ, ਇੱਕੋ ਹੀ ਅਰਥ ਹੈ ਦਾ। ਇਹ ਨਹੀਂ ਕਿ ਬਦਲ ਜੂਗਾ, ਹਰ ਕੋਈ ਹੋਰ ਆ, ਰਾਮ ਕਹਿ ਲਓ ਚਾਹੇ ਹਰ ਕਹਿ ਲਓ, ਇੱਕੋ ਹੀ ਗੱਲ। ਮੇਰੇ ਮਨ, ਹੇ ਮੇਰੇ ਮਨਾ, ਗੁਣ ਗਾਵੋ, ਉਹਦੇ ਭਾਣੇ 'ਚ ਚੱਲ, ਉਹਦੇ ਵਾਲੇ ਜਿਹੜੇ ਗੁਣ ਉਹ ਧਾਰਨ ਕਰ। ਗੁਰ ਤੁਠੈ ਮਨ ਪ੍ਰਬੋਧਿਆ। ਗੁਰ ਤੁਠੈ, ਗੱਗੇ ਨੂੰ ਔਂਕੜ ਰਾਰੇ ਨੂੰ ਸਿਹਾਰੀ ਹੈ ਕਿ ਗੁਰ ਤੁਠੈ, ਜਿਹੜੀ ਆ ਗੁਰਮਤ ਹੈ ਤੇਰੇ ਕੋਲ ਪਈ ਹੈ। ਗੁਰਬਾਣੀ ਸਾਡੇ ਕੋਲ ਨਹੀਂ ਹੈ। ਜਿਵੇਂ ਪਿੱਛੇ ਵੀ ਕੋਈ ਭਗਤ ਸਾਹਿਬਾਨ ਹੋ ਚੁੱਕੇ ਆ ਸਰੀਰ ਕਰਕੇ, ਉਹਨਾਂ ਦੇ ਕੋਲ ਵੀ ਗੁਰਬਾਣੀ ਸੀ, ਉਹਨਾਂ ਦੇ ਉੱਪਰ ਵੀ ਗੁਰਮਤ ਪ੍ਰਸੰਨ ਸੀ। ਮਨ ਪ੍ਰਬੋਧਿਆ, ਪਰ ਸ਼ਰਤ ਹੈ ਜਿਹਨੇ ਮਨ ਪ੍ਰਬੋਧ ਲਿਆ ਉਹਦੇ ਤੇ ਤੁੱਠ ਜਾਂਦਾ ਹੈ। ਹਰ ਪੀਆ, ਉਹਨੂੰ ਹੁਕਮ ਦੀ ਸੋਝੀ ਆਉਂਦੀ ਹੈ। ਰਸ ਗਟ ਕੇ, ਉਹ ਬੜੇ ਆਨੰਦ ਨਾਲ ਹੁਕਮ 'ਚ ਚੱਲਦਾ ਹੈ, ਬੜਾ ਖੁਸ਼ ਹੋ ਕੇ ਭਾਣੇ 'ਚ ਚੱਲਦਾ ਹੈ। ਪ੍ਰਬੋਧ ਹੁੰਦਾ ਜਿਹਨੇ ਆਪਣੇ ਆਪ ਨੂੰ ਜਗਾ ਲਿਆ। ਅੰਗ 343 ਉੱਪਰ ਵੀ ਪਾਤਸ਼ਾਹ ਕਹਿੰਦੇ ਤ੍ਰਿਤੀਏ ਤੀਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੈ। ਤ੍ਰਿਤੀਏ ਤੀਨੇ ਸਮ ਕਰ ਲਿਆ। ਹੁਣ ਤਿੰਨ ਚੀਜ਼ਾਂ ਨੇ, ਇਹਨਾਂ ਨੂੰ ਬਰਾਬਰ ਕਰਨਾ, ਇਕੱਠੀਆਂ ਕਰਨੀਆਂ। ਤਿੰਨ ਚੀਜ਼ਾਂ ਕਿਹੜੀਆਂ ਨੇ? ਮਨ, ਬੁੱਧ ਤੇ ਚਿੱਤ, ਆਤਮਾ, ਪ੍ਰਾਤਮਾ, ਪਰਮਾਤਮਾ। ਇਹ ਤਿੰਨੇ ਇੱਕ ਹੋਣੇ ਚਾਹੀਦੇ। ਭਰਮ ਖਤਮ ਹੋਣਾ ਚਾਹੀਦਾ। ਤਰੇੜ ਪਈ ਹੋਈ ਹੈ, ਤਿੰਨ ਹਿੱਸੇ ਨੇ, ਤਿੰਨੇ ਖਤਮ ਹੋਣ, ਰਜੋ ਤਮੋ ਸਤੋ, ਇਹ ਤਿੰਨੇ ਖਤਮ ਹੋਣੇ ਚਾਹੀਦੇ। ਜਦੋਂ ਤਿੰਨੇ ਖਤਮ ਹੈ ਫਿਰ ਇੱਕ ਹੈ। ਤ੍ਰਿਤੀਏ ਤਿੰਨੇ ਸਮ ਕਰ ਲਿਆ ਵਾ, ਜਦੋਂ ਬਰਾਬਰ ਹੋ ਜਾਂਦੇ ਤਿੰਨੇ ਜਾਣੇ, ਫਿਰ ਕੀ ਹੁੰਦਾ? ਆਨੰਦ ਮੂਲ। ਫਿਰ ਜਿਹੜਾ ਮੂਲ ਆ ਉਹਦੇ ਵਿੱਚ ਆਨੰਦ ਕੀ ਹੈ? ਪਰਮ ਪਦ ਪਾਵੇ। ਪਰਮ ਪਦ ਕੀ ਹੈ? ਪੂਰਨ ਬ੍ਰਹਮ ਹੈ, ਪੂਰੀ ਸੋਝੀ ਹੈ। ਸੋ ਮੰਨੈ ਸੁਰਤ ਹੋਵੇ ਮਨ ਬੁੱਧ। ਜਿਨ੍ਹਾਂ ਨੇ ਵੀ ਹੇ ਮੇਰੇ ਮਨਾ, ਹੁਣ ਤੇਰੇ ਕੋਲ ਸਮਾਂ, ਜੇ ਤੂੰ ਗੁਰਬਾਣੀ ਦੀ ਗੱਲ ਨੂੰ ਮੰਨੀ ਚੱਲੇ, ਗੁਰਬਾਣੀ ਤੇ ਭਰੋਸਾ ਕਰਕੇ ਚੱਲੇ, ਤਾਂ ਤੇਰੀ ਜਿਹੜੀ ਸੁਰਤੀ ਹੈ, ਚੇਤਨ ਸ਼ਕਤੀ ਹੈ, ਉਹਦੇ 'ਚ ਜਾਗਰਤ ਅਵਸਥਾ ਆਊਗੀ, ਸੋਝੀ ਆਊਗੀ, ਉਹ ਆਊਗੀ, ਹੋਊਗੀ ਮਨੀ ਬੁੱਧ। ਤਾਂ ਉਹਦੇ ਅੰਦਰੋਂ, ਮਨ ਦੇ ਅੰਦਰ ਜਿਹੜਾ ਤੇਰਾ ਮੂਲ ਬੈਠਾ ਹੈ, ਬੁੱਧ ਬੈਠੀ ਹੈ, ਉਹ ਪ੍ਰਗਟ ਹੋ ਜੂਗੀ, ਸ਼ਬਦ ਗੁਰੂ ਪ੍ਰਗਟ ਹੋ ਜੂਗਾ, ਤੇ ਭਵ ਸਾਗਰ 'ਚੋਂ ਪਾਰ ਚਲੇ ਜਾਵਾਂਗਾ। ਗੁਰਬਾਣੀ ਕਹਿ ਸੇਵਕ ਜਨ ਮੰਨੈ। ਹੇ ਮੇਰੇ ਮਨਾ, ਜੋ ਗੁਰਬਾਣੀ ਕਹਿ ਰਹੀ ਹੈ ਉਹਦਾ ਦਾਸ ਬਣ ਕੇ, ਉਹਦਾ ਸੇਵਕ ਬਣ ਕੇ ਉਸ ਗੁਰਬਾਣੀ ਦੀ ਇੱਕ ਇੱਕ ਗੱਲ ਨੂੰ ਮੰਨੀ ਚੱਲ। ਪ੍ਰਤੱਖ ਗੁਰੂ ਨਿਸਤਾਰੇ, ਉਹ ਜਿਹੜਾ ਗੁਰੂ ਹੈ, ਸੱਚਖੰਡ ਹੈ, ਹੁਕਮ ਹੈ, ਉਹ ਤੇਰੀ ਸੁਰਤ ਦੇ ਸਾਹਮਣੇ ਹੋਵੇਗਾ। ਉਹਦੀ ਸੰਗਤ ਕਰਕੇ ਸੁਰਤ ਭਵ ਸਾਗਰ 'ਚੋਂ ਪਾਰ ਚਲੇ